सत श्री अकाल। एक बार फिर तो स्वागत है न्यूज़ 18 पंजाब देख रहे सारे दर्शकों का। मैं थोड़ा भुलोजीत सिंह। बुलेटिन ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਕਰਨਾਲ ਦੇ ਵਿੱਚ ਅੱਜ ਚੱਲ ਰਹੀ ਮਹਾਪੰਚਾਇਤ ਦੇ ਵਿੱਚੋਂ ਖਬਰ ਆ ਰਹੀ ਹੈ। ਜੀ ਹਾਂ, ਮਹਾਪੰਚਾਇਤ ਦੇ ਵਿੱਚ ਜਿਹੜੀ 12 ਮੈਂਬਰੀ ਵਫਦ ਦੀ ਉਸ ਦੀ ਪਿਛਲੇ ਕਰੀਬ 2 ਘੰਟਿਆਂ ਤੋਂ ਪ੍ਰਸ਼ਾਸਨ ਦੇ ਨਾਲ ਮੀਟਿੰਗ ਚੱਲ ਰਹੀ ਹੈ। ਮਿਨੀ ਸਕੱਤਰੇਤ ਦੇ ਵਿੱਚ ਮੀਟਿੰਗ ਜਾਰੀ ਹੈ, ਜਿਸ ਦੇ ਵਿੱਚ 12 ਮੈਂਬਰੀ ਵਫਦ ਕਿਸਾਨਾਂ ਦੀ ਅਗਵਾਈ ਕਰ ਰਿਹਾ, ਜਿਸ ਦੇ ਵਿੱਚ ਗੁਰਨਾਮ ਚੜੂਨੀ, ਰਕੇਸ਼ ਟਕੈਤ, ਬਲਵੀਰ ਸਿੰਘ ਰਾਜੇਵਾਲ, ਜੋਗਿੰਦਰ यादव ਤੇ ਉਗਰਾਹਾਂ ਤੋਂ ਵੀ ਕਈ ਹੋਰ ਲੀਡਰ ਸ਼ਾਮਲ ਹੈ। ਔਰ ਸੰਯੁਕਤ ਕਿਸਾਨ ਮੋਰਚੇ ਦੇ ਲੀਡਰਾਂ ਦੇ ਨਾਲ ਇਸ ਵੇਲੇ ਮੀਟਿੰਗ ਚੱਲ ਰਹੀ ਹੈ। ਤਾਂ ਪਿਛਲੇ ਕਰੀਬ 2 ਘੰਟਿਆਂ ਤੋਂ ਘੰਟਿਆਂ ਮੱਧ ਦੀ ਜਿਹੜੀ ਮੀਟਿੰਗ ਚੱਲ ਰਹੀ ਹੈ, ਵਾਰਤਾਲਾਪ ਦੇ ਰਾਹੀਂ ਮਸਲੇ ਦਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਕਰਨਾਲ ਦੇ ਵਿੱਚ ਮਿਨੀ ਸਕੱਤਰੇਤ ਦੇ ਵਿੱਚ ਮੀਟਿੰਗ ਹੋ ਰਹੀ ਹੈ। ਕਿਸਾਨਾਂ ਦੀ ਨੁਮਾਇੰਦਗੀ ਕਰਦੇ ਹੋਏ 12 ਮੈਂਬਰੀ ਵਫਦ ਇੱਕ ਤਿਆਰ ਕੀਤਾ ਗਿਆ ਸੀ। ਔਰ ਇਸ ਵਫਦ ਦੇ ਵਿੱਚ ਰਕੇਸ਼ ਟਕੈਤ, ਗੁਰਨਾਮ ਚੜੂਨੀ, ਬਲਵੀਰ ਰਾਜੇਵਾਲ, ਜੋਗਿੰਦਰ ਉਗਰਾਹਾਂ, ਜੋਗਿੰਦਰ यादव ਦੇ ਸਮੇਤ ਕਈ ਹੋਰ ਲੀਡਰ ਮੌਜੂਦ ਸੀ। ਔਰ ਸੰਯੁਕਤ ਕਿਸਾਨ ਮੋਰਚੇ ਦੇ ਥੱਲੇ ਜਿਹੜਾ ਹੈ ਇਹ ਅੱਜ ਮੀਟਿੰਗ ਜਾਰੀ ਹੈ। ਔਰ ਪਿਛਲੇ ਕਰੀਬ 2 ਘੰਟਿਆਂ ਤੋਂ ਮੀਟਿੰਗ ਚੱਲ ਰਹੀ ਹੈ। ਔਰ ਬੀਤੇ ਦਿਨ ਵੀ ਗੁਰਨਾਮ ਚੜੂਨੀ ਦੇ ਨਾਲ ਮੀਟਿੰਗ ਕੀਤੀ ਗਈ ਸੀ ਪ੍ਰਸ਼ਾਸਨ ਦੇ ਵੱਲੋਂ, ਪਰ ਉਹ ਬੇਨਤੀਜਾ ਰਹੀ ਸੀ। ਅੱਜ ਫਿਰ 12 ਮੈਂਬਰੀ ਵਫਦ ਦੇ ਨਾਲ ਸੰਯੁਕਤ ਕਿਸਾਨ ਮੋਰਚੇ ਦੇ ਲੀਡਰ ਇਸ 12 ਮੈਂਬਰੀ ਵਫਦ ਦੇ ਵਿੱਚ ਸ਼ਾਮਲ ਨੇ, ਜਿਹੜੇ ਕਿ ਮਿਨੀ ਸਕੱਤਰੇਤ ਦੇ ਵਿੱਚ ਪਿਛਲੇ 2 ਘੰਟਿਆਂ ਤੋਂ ਜਿਹੜੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਮੀਟਿੰਗ ਕਰ ਰਹੇ ਨੇ। ਗੱਲਬਾਤ ਦੇ ਰਾਹੀਂ ਇਸ ਪੂਰੇ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਧਰ ਦੂਸਰੇ ਪਾਸੇ ਕਰਨਾਲ ਦੀ ਅਨਾਜ ਮੰਡੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕਿਸਾਨ ਅੱਜ ਮਹਾ ਪੰਚਾਇਤ ਦੇ ਸੱਦੇ ਦੇ ਉੱਪਰ ਇਕੱਠੇ ਹੋਏ ਨੇ। ਤਾਂ ਲਗਾਤਾਰ ਮੰਗ ਕਰ ਰਹੇ ਸੀ ਆਪਣੀਆਂ ਮੰਗਾਂ ਨੂੰ ਲੈ ਕੇ। ਜਿਸ ਤਰੀਕੇ ਦੇ ਨਾਲ ਬੀਤੇ ਦਿਨ ਲਾਠੀਚਾਰਜ ਕੀਤਾ ਗਿਆ ਸੀ, ਤਾਂ ਉਸ ਦੇ ਰੋਸ ਦੇ ਵਜੋਂ ਵੀ ਅੱਜ ਮਹਾ ਪੰਚਾਇਤ ਸੱਦੀ ਗਈ ਸੀ। ਪਰ ਅਹਿਮ ਖਬਰ, ਗੱਲਬਾਤ ਦੇ ਰਾਹੀਂ ਮਸਲੇ ਦੇ ਹੱਲ ਵੱਲ ਵੱਧ ਰਹੇ ਨੇ। ਔਰ 12 ਮੈਂਬਰੀ ਵਫਦ ਦੀ ਪਿਛਲੇ 2 ਘੰਟਿਆਂ ਤੋਂ ਜਿਹੜੀ ਮੀਟਿੰਗ ਹੈ ਉਹ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਜਾਰੀ ਹੈ। ਤੇ ਉਧਰ ਇਸ ਸਭ ਦੇ ਵਿਚਾਲੇ ਕਿਸਾਨੀ ਲੀਡਰਾਂ ਨੂੰ ਕਰਨਾਲ ਪ੍ਰਸ਼ਾਸਨ ਨੇ ਅਪੀਲ ਕੀਤੀ ਹੈ। ਉਹਨਾਂ ਨੇ ਕਿਹਾ ਕਿ ਸ਼ਰਾਰਤੀ ਅਨਸਰਾਂ ਨੂੰ ਮੀਟਿੰਗ ਵਾਲੀ ਥਾਂ ਤੋਂ ਦੂਰ ਕੀਤਾ ਜਾਵੇ। ਕਿਹਾ ਪ੍ਰਸ਼ਾਸਨ ਨੇ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਕਈ ਲੋਕ ਡੰਡੇ, ਸੋਟੀਆਂ, ਤਲਵਾਰਾਂ ਤੇ ਲੋਹੇ ਦੀਆਂ ਰੌੜਾਂ ਨਾਲ ਪਹੁੰਚੇ ਹੋਏ ਨੇ। ਸਾਡੇ ਕੋਲ ਕਈ ਖਬਰਾਂ ਆਈਆਂ ਨੇ, ਇਸ ਗੱਲ ਦਾ ਜ਼ਿਕਰ ਵੀ ਕਰਨਾਲ ਦੇ ਆਈਜੀ ਨੇ ਕੀਤਾ। ਤਾਂ ਸ਼ਰਾਰਤੀ ਅਨਸਰਾਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਸਕਦੇ ਨੇ। ਸ਼ਰਾਰਤੀ ਅਨਸਰਾਂ ਨੂੰ ਕਰਨਾਲ ਪੁਲਿਸ ਨੇ ਚੇਤਾਵਨੀ ਵੀ ਦਿੱਤੀ ਹੈ। ਤਾਂ ਕਾਨੂੰਨ ਤੋੜਨ ਦੀ ਕੋਸ਼ਿਸ਼ ਹੋਈ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ। ਤਾਂ ਨਾਲ ਹੀ ਕਿਸਾਨੀ ਲੀਡਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸ਼ਰਾਰਤੀ ਅਨਸਰਾਂ ਨੂੰ ਦੂਰ ਰੱਖਣ, ਕਿਉਂਕਿ ਉਹਨਾਂ ਕੋਲ ਇੱਕ ਇਨਪੁਟ ਆਈ ਹੈ ਜਿਸ ਦੇ ਵਿੱਚ ਪਤਾ ਲੱਗਿਆ ਕਿ ਕੁਝ ਲੋਕ ਡੰਡੇ, ਸੋਟੀਆਂ, ਤਲਵਾਰਾਂ ਤੇ ਲੋਹੇ ਦੀਆਂ ਰੌੜਾਂ ਲੈ ਕੇ ਇਸ ਮਹਾ ਪੰਚਾਇਤ ਦੇ ਵਿੱਚ ਪਹੁੰਚੇ ਨੇ। ਉਹਨਾਂ ਨੇ ਕਿਹਾ ਕਿ ਸਾਡੇ ਕੋਲ ਕਈ ਇਨਪੁਟ, ਕਈ ਤਰੀਕੇ ਦੀਆਂ ਖੁਫੀਆ ਖਬਰਾਂ ਆਈਆਂ ਨੇ। ਪਰ ਨਾਲ ਹੀ ਆਈਜੀ ਨੇ ਸ਼ਰਾਰਤੀ ਅਨਸਰਾਂ ਨੂੰ ਮਾਹੌਲ ਖਰਾਬ ਕਰਨ ਤੋਂ ਵਰਜਿਆ ਔਰ ਕਿਹਾ ਕਿ ਜੇਕਰ ਕਿਸੇ ਤਰੀਕੇ ਦੀ ਵੀ ਕੋਈ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਸਖਤੀ ਦੇ ਨਾਲ ਨਜਿੱਠਿਆ ਜਾਵੇਗਾ। ਉਧਰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦਾ ਬਿਆਨ ਸਾਹਮਣੇ ਆਇਆ। ਉਹਨਾਂ ਨੇ ਕਿਹਾ ਕਿ ਕਿਸਾਨਾਂ ਦੇ ਵਫਦ ਦੀ ਗੱਲਬਾਤ ਜਾਰੀ ਹੈ ਔਰ ਲੋਕਤੰਤਰ ਦੇ ਵਿੱਚ ਸਾਰਿਆਂ ਨੂੰ ਪ੍ਰਦਰਸ਼ਨ ਕਰਨ ਦਾ ਅਧਿਕਾਰ ਹੈ। ਔਰ ਉਹਨਾਂ ਨੇ ਉਮੀਦ ਜਤਾਈ ਹੈ ਕਿ ਗੱਲਬਾਤ ਦੇ ਰਾਹੀਂ ਮਸਲੇ ਦਾ ਹੱਲ ਨਿਕਲ ਆਵੇਗਾ। ਤਾਂ ਹਰਿਆਣਾ ਦੇ ਮੁੱਖ ਮੰਤਰੀ ਸੀਐਮ ਮਨੋਹਰ ਲਾਲ ਨੇ ਉਮੀਦ ਜਤਾਈ ਹੈ ਕਿ ਪਿਛਲੇ ਕਰੀਬ 1-2 ਘੰਟਿਆਂ ਤੋਂ ਜਿਹੜੀ ਮੀਟਿੰਗ ਚੱਲ ਰਹੀ ਹੈ, ਪ੍ਰਸ਼ਾਸਨਿਕ ਅਧਿਕਾਰੀ ਖੁਦ ਸਕਾਰਾਤਮਕ ਸੋਚ ਦੇ ਨਾਲ ਮੀਟਿੰਗ ਕਰ ਰਹੇ ਨੇ। ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਸ ਤਰੀਕੇ ਦੇ ਨਾਲ ਅੱਜ ਮਹਾ ਪੰਚਾਇਤ ਬੁਲਾਈ ਗਈ ਤਾਂ ਉਸ ਦੇ ਬਦਲੇ ਉਹਨਾਂ ਨੇ ਕਿਹਾ ਕਿ ਹਰ ਇੱਕ ਨੂੰ ਲੋਕਤੰਤਰ ਦੇ ਵਿੱਚ ਆਪਣੀ ਗੱਲ ਰੱਖਣ ਦਾ ਔਰ ਧਰਨਾ ਮੁਜ਼ਾਹਰਾ ਦੇਣ ਦਾ ਹੱਕ ਹੈ। लोकतंत्र में हर किसी को अपने कार्यक्रम करने का एक अधिकार होता है। तो किसानों ने आज जो एक सभा अपनी बुलाई है वो वहाँ चल रही है और साथ ही एक 11 मेंबरी कमेटी किसानों की बनी है, उनके साथ एडमिनिस्ट्रेशन की बातचीत चल रही है और मुझे लगता है कोई ना कोई अमिकेबल रास्ता उसमें से निकल जाए। देखिए, जब कोई ऐसी संभावित लॉ एंड ऑर्डर की स्थिति में समस्या आने वाले जो विषय होता है उस समय एडमिनिस्ट्रेशन अपने उनके जो सेट नॉर्म्स हैं उसके हिसाब से अपनी प्रिकॉशंस लेते हैं। और अगर वहाँ एडमिनिस्ट्रेशन ने कोई इस प्रकार का प्रिकॉशनरी मेजर लिया है तो ये निर्णय प्रशासन का होता है और प्रशासन सारी स्थितियों को संभालने के लिए इस प्रकार के सारे काम। ਤਾਂ ਗੱਲਬਾਤ ਦੇ ਰਾਹੀਂ ਹੱਲ ਨਿਕਲਣ ਦੀ ਗੱਲ ਇੱਕ ਵਾਰ ਫਿਰ ਤੋਂ ਦੁਹਰਾਈ ਹੈ ਹਰਿਆਣਾ ਦੇ ਸੀਐਮ ਮਨੋਹਰ ਲਾਲ ਖੱਟਰ ਨੇ। ਸਿੱਧਾ ਚੱਲਦੇ ਆ ਗਰਾਊਂਡ ਜ਼ੀਰੋ ਤੋਂ ਸਾਡੇ ਸਹਿਯੋਗੀ ਨਪਿੰਦਰ ਸਿੰਘ ਬਰਾੜ ਜੁੜ ਰਹੇ ਨੇ। ਨਪਿੰਦਰ, ਤਾਂ ਇੱਕ ਪਾਸੇ ਮਹਾ ਪੰਚਾਇਤ ਦਾ ਇਕੱਠ ਨਜ਼ਰ ਆ ਰਿਹਾ ਤਾਂ ਦੂਸਰੇ ਪਾਸੇ ਪਿਛਲੇ 2 ਘੰਟਿਆਂ ਤੋਂ ਮੀਟਿੰਗ ਚੱਲ ਰਹੀ ਹੈ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ। ਤਾਂ ਅੱਜ ਦੀ ਇਸ ਮਹਾ ਪੰਚਾਇਤ ਦੇ ਵਿੱਚ ਹੁਣ ਗਰਾਊਂਡ ਜ਼ੀਰੋ ਤੋਂ ਕੀ ਅਪਡੇਟ ਆ ਜਾਣਨਾ ਚਾਹੁੰਦੇ ਆ? ਵਫਦ ਕਿਸਾਨ ਆਗੂਆਂ ਦਾ ਗਿਆ ਹੋਇਆ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਨ ਦੇ ਲਈ, ਡੀਸੀ ਦੇ ਨਾਲ ਗੱਲਬਾਤ ਕਰਨ ਦੇ ਲਈ, ਪਰ ਹਜੇ ਵੀ ਉਹ ਮੀਟਿੰਗ ਚੱਲ ਰਹੀ ਆ। ਔਰ ਇਸੇ ਪਿੱਛੇ
ਜਿਹੜੀ ਮੰਡੀ ਦੇ ਵਿੱਚ ਨਵੀਂ ਦਾਣਾ ਮੰਡੀ ਕਰਨਾਲ ਦੀ ਜਿਹੜਾ ਉੱਥੇ ਕਿਸਾਨ ਇਕੱਠੇ ਹੋਏ ਨੇ, ਉੱਥੇ ਸਟੇਜ ਦੇ ਉੱਪਰੋਂ ਲਗਾਤਾਰ ਕਿਸਾਨ ਆਗੂ ਜਿਹੜੇ ਨੇ ਉਹ ਇੱਥੇ ਕਿਸਾਨਾਂ ਦੇ ਨਾਲ ਗੱਲਬਾਤ ਕਰ ਰਹੇ ਨੇ, ਭਾਸ਼ਣ ਦੇ ਰਹੇ ਨੇ, ਕਿਸਾਨਾਂ ਨੂੰ ਸਾਰੀ ਸਥਿਤੀ ਬਾਰੇ ਦੱਸਿਆ ਜਾ ਰਿਹਾ ਹੈ, ਪੂਰੇ ਮੁੱਦੇ ਤੇ ਚਰਚਾ ਕੀਤੀ ਜਾ ਰਹੀ ਹੈ। ਪਰ ਦੂਜੇ ਪਾਸੇ ਹਾਲੇ ਵੀ ਇੱਥੇ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਿ ਕਦੋਂ ਜਿਹੜੀ ਮੀਟਿੰਗ ਹੈ ਉਹ ਖਤਮ ਹੋਵੇਗੀ ਔਰ ਉਸ ਮੀਟਿੰਗ ਦੇ ਵਿੱਚ ਕੀ ਫੈਸਲਾ ਹੁੰਦਾ ਉਹ ਫੈਸਲਾ ਆ ਕੇ ਇਹਨਾਂ ਕਿਸਾਨਾਂ ਨੂੰ ਦੱਸਿਆ ਜਾਵੇਗਾ ਔਰ ਉਸ ਤੋਂ ਬਾਅਦ ਅੱਗੇ ਦਾ ਕੋਈ ਫੈਸਲਾ ਜਿਹੜਾ ਹੈਗਾ ਉਹ ਲਿਆ ਜਾਣਾ ਹੈ। ਪਰ ਹਾਲ ਫਿਲਹਾਲ ਦੀ ਘੜੀ ਉਡੀਕ ਕੀਤੀ ਜਾ ਰਹੀ ਹੈ ਕਿ ਜਿਹੜੀ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਮੀਟਿੰਗ ਚੱਲ ਰਹੀ ਆ ਉਸ ਮੀਟਿੰਗ ਦੇ ਵਿੱਚ 11 ਮੈਂਬਰੀ ਵਫਦ ਦੇ ਨਾਲ ਗੱਲਬਾਤ ਤੋਂ ਬਾਅਦ ਕੀ ਕੋਈ ਕਿਸੇ ਨਤੀਜੇ ਵਾਲੇ ਪਾਸੇ ਨੂੰ ਗੱਲ ਤੁਰਦੀ ਆ, ਕਿਉਂਕਿ ਸਿੱਧੇ ਤੌਰ ਤੇ ਇਹ ਕਾਰਵਾਈ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੇ ਐਸਡੀਐਮ ਨੇ ਉਸ ਵੇਲੇ ਪਿਛਲੇ ਘਟਨਾਕ੍ਰਮ ਦੇ ਦੌਰਾਨ ਜਿਸ ਤਰ੍ਹਾਂ ਆਰਡਰ ਦਿੱਤੇ ਸੀਗੇ ਉਹ ਕਾਨੂੰਨ ਦੇ ਦਾਇਰੇ ਤੋਂ ਕਿਸੇ ਵੀ ਹਾਲ ਦੇ ਵਿੱਚ ਕਿਸਾਨਾਂ ਦੇ ਮੁਤਾਬਕ ਕਾਨੂੰਨ ਦੇ ਦਾਇਰੇ ਦੇ ਵਿੱਚ ਨਹੀਂ ਮੰਨਿਆ ਜਾ ਸਕਦਾ। ਜਿਸ ਤਰ੍ਹਾਂ ਸਿੱਧੇ ਤੌਰ ਤੇ ਕਿਸਾਨਾਂ ਸਿਰ ਫੋੜਨ ਦਾ ਜਿਹੜਾ ਹੈਗਾ ਹੁਕਮ ਦਿੱਤੇ ਗਏ, ਉਸ ਤਰ੍ਹਾਂ ਦੀ ਵੀਡੀਓ ਇੱਕ ਵਾਇਰਲ ਹੋਈ ਤਾਂ ਜਿਹਦੇ ਵਿੱਚ ਉਸ ਐਸਡੀਐਮ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ। ਹਾਲਾਂਕਿ ਉਹਦਾ ਤਬਾਦਲਾ ਕਰ ਦਿੱਤਾ ਗਿਆ, ਪਰ ਕਿਉਂਕਿ ਕਿਸਾਨ ਦੀ ਮੌਤ ਵੀ ਹੋ ਗਈ ਸੀ ਉਸ ਲਾਠੀਚਾਰਜ ਤੋਂ ਬਾਅਦ, ਜ਼ਖਮੀ ਹੋਣ ਤੋਂ ਬਾਅਦ ਕਿ ਕਿਸਾਨ ਦੀ ਮੌਤ ਵੀ ਹੋਈ ਸੀ, ਅਜਿਹੇ ਦੇ ਵਿੱਚ ਐਸਡੀਐਮ ਦੇ ਉੱਪਰ ਜਿਹੜਾ ਹੈਗਾ 302 ਯਾਨੀ ਕਤਲ ਦਾ ਮੁਕੱਦਮਾ ਵੀ ਦਰਜ ਕਰਾਉਣ ਦੀ ਮੰਗ ਕੀਤੀ ਜਾ ਰਹੀ ਹੈ। ਦੇਖੋ ਪ੍ਰਸ਼ਾਸਨ ਨਾਲ ਮੀਟਿੰਗ ਜਾਰੀ ਹੈ, ਉਸ ਮੀਟਿੰਗ ਦੇ ਵਿੱਚ ਕੀ ਹੱਲ ਨਿਕਲਦਾ, ਕੀ ਪ੍ਰਸ਼ਾਸਨ ਕੋਈ ਭਰੋਸਾ ਦਿੰਦਾ ਹੈ, ਕੀ 11 ਮੈਂਬਰੀ ਵਫਦ ਦਾ ਜਿਹੜਾ ਉਹਨਾਂ ਦੇ ਨਾਲ ਗੱਲਬਾਤ ਦੌਰਾਨ ਕੋਈ ਸਹਿਮਤੀ ਬਣ ਪਾਉਂਦੀ ਆ। ਇਸ ਲਈ ਫਿਲਹਾਲ ਮੀਟਿੰਗ ਜਾਰੀ ਹੈ। ਕਹਿ ਸਕਦੇ ਹਾਂ ਕਿ ਲੰਬੀ ਚੌੜੀ ਮੀਟਿੰਗ ਚੱਲ ਰਹੀ ਹੈ, ਕਈ ਘੰਟੇ ਹੋ ਗਏ ਨੇ ਉਸ ਮੀਟਿੰਗ ਨੂੰ ਚੱਲਦਿਆਂ ਉਹ ਹਾਲੇ ਤੱਕ ਮੀਟਿੰਗ ਕਿਸੇ ਨਤੀਜੇ ਤੇ ਨਹੀਂ ਪਹੁੰਚੀ ਆ। ਯਾਨੀ ਕਿਤੇ ਨਾ ਕਿਤੇ ਜ਼ਾਹਰ ਤੌਰ ਤੇ ਮਾਮਲਾ ਫਸਿਆ ਹੋਇਆ ਦੋਨਾਂ ਧਿਰਾਂ ਦੇ ਵਿੱਚ ਔਰ ਮੀਟਿੰਗ ਜਦੋਂ ਹੀ ਖਤਮ ਹੋਵੇਗੀ ਉਸ ਤੋਂ ਬਾਅਦ ਉਹ ਆ ਕੇ ਇਸੇ ਮੰਚ ਤੋਂ ਆ ਕੇ ਜਾਣਕਾਰੀ ਦੇਣਗੇ ਕਿ ਕੀ ਫੈਸਲਾ ਹੋਇਆ, ਪ੍ਰਸ਼ਾਸਨ ਦੇ ਨਾਲ ਕੀ ਸਹਿਮਤੀ ਬਣੀ ਹੈ, ਕੀ ਕਾਰਵਾਈ ਹੁੰਦੀ ਹੈ ਨਹੀਂ ਹੁੰਦੀ, ਜਾਂ ਉਸ ਤੋਂ ਬਾਅਦ ਅੱਗੇ ਕਿਸਾਨਾਂ ਦਾ ਕੀ ਰੁਖ ਰਹਿਣ ਵਾਲਾ, ਕਿਸ ਤਰ੍ਹਾਂ ਦਾ ਅੱਗੇ ਕਦਮ ਜਿਹੜਾ ਪੁੱਟਿਆ ਜਾਣਾ, ਕਿਸ ਤਰ੍ਹਾਂ ਰਣਨੀਤੀ ਅੱਗੇ ਅਪਣਾਈ ਜਾਣੀ ਹੈ। ਤਾਂ ਫਿਲਹਾਲ ਉਸ ਮੀਟਿੰਗ ਤੇ ਨਜ਼ਰਾਂ ਟਿਕੀਆਂ ਹੋਈਆਂ ਨੇ ਔਰ ਮੀਟਿੰਗ ਹਾਲ ਫਿਲਹਾਲ ਦੀ ਘੜੀ ਜਾਰੀ ਹੈ ਜੀ। ਬਿਲਕੁਲ ਨਵਿੰਦਰ, ਤਾਂ ਮੀਟਿੰਗ ਇਸ ਵੇਲੇ ਜਾਰੀ ਹੈ ਔਰ ਅਨਾਜ ਮੰਡੀ ਦੇ ਵਿੱਚ ਸੰਬੋਧਨ ਵੀ ਕੀਤਾ ਜਾ ਰਿਹਾ, ਪਰ ਦੂਸਰੇ ਪਾਸੇ ਤਾਂ ਮੀਟਿੰਗ ਜਾਰੀ 2 ਘੰਟੇ ਫਿਲਹਾਲ ਤੁਸੀਂ ਨਵਿੰਦਰ ਲਗਾਤਾਰ ਬਣ ਰਹੇ ਹੋ, ਥੋੜੀ ਦੇਰ ਬਾਅਦ ਫਿਰ ਤੁਹਾਡੇ ਕੋਲ ਆਵਾਂਗੇ। ਫਿਲਹਾਲ ਦੇ ਲਈ ਬਹੁਤ ਬਹੁਤ ਸ਼ੁਕਰੀਆ। ਤਾਂ ਅਨਾਜ ਮੰਡੀ ਨਵੀਂ ਗ੍ਰੇਨ ਮਾਰਕੀਟ ਜਿਹੜੀ ਹੈਗੀ ਆ ਮੰਡੀ ਆ ਉਸ ਦੇ ਵਿੱਚ ਕਰਨਾਲ ਦੇ ਵਿੱਚ ਵੱਡਾ ਇਕੱਠ ਹੋਇਆ ਔਰ ਪਰ ਦੂਸਰੇ ਪਾਸੇ ਉਸ ਦੇ ਪੈਰਲਲ ਪਿਛਲੇ 2 ਘੰਟਿਆਂ ਤੋਂ ਜਿਹੜਾ ਕਿਸਾਨਾਂ ਦਾ 12 ਮੈਂਬਰੀ ਵਫਦ ਜਿਹੜਾ ਹੈ ਉਹ ਸੰਯੁਕਤ ਕਿਸਾਨ ਮੋਰਚੇ ਦਾ ਉਹ ਗੱਲਬਾਤ ਕਰ ਰਿਹਾ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ, ਜਿਸ ਦੇ ਵਿੱਚ ਰਕੇਸ਼ ਟਕੈਤ, ਚੜੂਨੀ, ਰਾਜੇਵਾਲ, ਉਗਰਾਹਾਂ ਤੇ ਜੋਗਿੰਦਰ ਯਾਦਵ ਸ਼ਾਮਲ ਨੇ। ਤਾਂ 2 ਘੰਟੇ ਦਾ ਸਮਾਂ ਕਰੀਬ ਹੋ ਚੁੱਕਿਆ। ਮਿਨੀ ਸਕੱਤਰੇਤ ਕਰਨਾਲ ਦੇ ਵਿੱਚ ਮੀਟਿੰਗ ਇਸ ਵੇਲੇ ਜਾਰੀ ਹੈ। ਅਪਡੇਟ ਤੁਹਾਨੂੰ ਦੇ ਰਹੇ ਹਾਂ ਕਿ ਪਿਛਲੇ 2 ਘੰਟੇ ਤੋਂ ਲਗਾਤਾਰ ਹਲੇ ਮੀਟਿੰਗ ਚੱਲ ਰਹੀ ਹੈ। ਗੱਲਬਾਤ ਦੇ ਰਾਹੀਂ ਮਸਲੇ ਦੇ ਹੱਲ ਵੱਲ ਵਧਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਾਂ ਦੂਸਰੇ ਪਾਸੇ ਨਿਗਾਹਾਂ ਟਿਕੀਆਂ ਹੋਈਆਂ ਨੇ ਕਿਉਂਕਿ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਇਸ ਮੀਟਿੰਗ ਦੇ ਵਿੱਚ ਜਿਹੜਾ 12 ਮੈਂਬਰੀ ਵਫਦ ਗਿਆ ਸੀ ਮੀਟਿੰਗ ਦੇ ਵਿੱਚ ਉਸ ਦੇ ਵਿੱਚ ਮੌਜੂਦ ਨੇ, ਜਿਸ ਦੇ ਵਿੱਚ ਗੁਰਨਾਮ ਚੜੂਨੀ, ਬਲਵੀਰ ਸਿੰਘ ਰਾਜੇਵਾਲ, ਜੋਗਿੰਦਰ ਉਗਰਾਹਾਂ, ਜੋਗਿੰਦਰ ਯਾਦਵ ਤੇ ਰਕੇਸ਼ ਟਕੈਤ ਇਸ ਮੀਟਿੰਗ ਦੇ ਵਿੱਚ ਮੌਜੂਦ ਨੇ ਔਰ ਕਰੀਬ 2 ਘੰਟੇ ਦਾ ਸਮਾਂ ਬੀਤ ਚੁੱਕਿਆ। ਮਿਨੀ ਸਕੱਤਰੇਤ ਦੇ ਵਿੱਚ ਇਹਨਾਂ ਨੂੰ ਗਿਆ ਨੂੰ ਔਰ ਹਲੇ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਮੀਟਿੰਗ ਜਾਰੀ ਹੈ ਔਰ ਕਿਤੇ ਨਾ ਕਿਤੇ ਬੀਤੇ ਦਿਨ ਜਿਹੜੀ ਮੀਟਿੰਗ ਕੀਤੀ ਗਈ ਸੀ ਤਾਂ ਉਹ ਗੁਰਨਾਮ ਸਿੰਘ ਚੜੂਨੀ ਨੇ ਕੀਤੀ ਸੀ ਅਧਿਕਾਰੀਆਂ ਦੇ ਨਾਲ, ਪਰ ਉਹ ਬੇਨਤੀ ਜਾ ਰਹੀ ਸੀ। ਪਰ ਅੱਜ ਫੇਰ ਇੱਕ ਸਕਾਰਾਤਮਕ ਸੋਚ ਦੇ ਨਾਲ ਇਹ 12 ਮੈਂਬਰੀ ਵਫਦ ਮਿਨੀ ਸਕੱਤਰੇਤ ਪਹੁੰਚਿਆ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੇ ਲਈ, ਪਰ 2 ਘੰਟੇ ਦਾ ਸਮਾਂ ਬੀਤ ਚੁੱਕਿਆ, ਹਾਲੇ ਤੱਕ ਕੋਈ ਵੀ ਜਿਹੜਾ ਨਤੀਜਾ ਉਹ ਆਪਣੇ ਅੰਜਾਮ ਤੱਕ ਨਹੀਂ ਪਹੁੰਚਿਆ।